ਨੈਕਸਟ ਆਪਣੇ ਕੋਲ ਹੈਗਾ ਸੋਲੂਸ਼ਨ ਆਫ ਲੀਨੀਅਰ ਸਿਸਟਮ ਆਈਟਰੇਟਿਵ ਮੈਥਡ। ਆਪਾਂ ਪਿਛਲੇ ਚੈਪਟਰ ਦੇ ਵਿੱਚ ਆਈਟਰੇਟਿਵ ਮੈਥਡ ਪੜ੍ਹੇ ਆ। ਆਈਟਰੇਟਿਵ ਮੈਥਡ ਆਪਾਂ ਯੂਜ਼ ਕਰਦੇ ਸੀ ਫॉर द ਸੋਲਵਿੰਗ ਆਫ ਲੀਨੀਅਰ ਇਕੁਏਸ਼ਨ। ਲੀਨੀਅਰ ਇਕੁਏਸ਼ਨ ਨੂੰ ਆਪਾਂ ਸੋਲਵ ਕਰਨ ਦੇ ਲਈ ਆਈਟਰੇਸ਼ਨ ਮੈਥਡ ਆਪਾਂ ਯੂਜ਼ ਕਰਦੇ ਸੀਗੇ। ਹੁਣ ਆਈਟਰੇਸ਼ਨ ਮੈਥਡ ਦੇ ਵਿੱਚ ਹੁੰਦਾ ਕੀ ਸੀਗਾ, ਆਪਾਂ ਆਈਟਰੇਸ਼ਨਸ ਕਰਦੇ ਸੀਗੇ, ਕਿੰਨੀਆਂ ਸਾਰੀਆਂ 10 ਤੋਂ 15 ਆਈਟਰੇਸ਼ਨ ਕਰਦੇ ਸੀਗੇ, ਫਿਰ ਜਾ ਕੇ ਉਹ ਸਾਡੇ ਕੋਲ ਐਗਜ਼ੈਕਟ ਸੋਲੂਸ਼ਨ ਦੇ ਬਹੁਤ ਕਰੀਬ ਆਉਂਦਾ ਸੀਗਾ ਆਨਸਰ। ਜ਼ਰੂਰੀ ਨਹੀਂ ਹੈ ਕਿ ਐਗਜ਼ੈਕਟ ਸੋਲੂਸ਼ਨ ਆਉਂਦਾ ਸੀਗਾ, ਪਰ ਉਹ ਬਹੁਤ ਹੀ ਅਪਰੋਕਸੀਮੇਟ ਆ ਜਾਂਦਾ ਸੀ ਕਿਸੇ ਐਗਜ਼ੈਕਟ ਸੋਲੂਸ਼ਨ ਦੇ। ਇਟ ਮੀਨਸ ਕਿ ਆਪਾਂ ਜਿਹੜੇ ਆਈਟਰੇਸ਼ਨ ਮੈਥਡ ਸਟਾਰਟ ਕਰਦੇ ਹਾਂ ਇੱਕ ਅਪਰੋਕਸੀਮੇਸ਼ਨ ਸੋਲੂਸ਼ਨ ਤੋਂ, ਤੇ ਉਹਨਾਂ ਨੂੰ ਅਪਰੋਕਸੀਮੇਸ਼ਨ ਸੋਲੂਸ਼ਨ ਤੋਂ ਆਪਾਂ ਰੈਕੂਰੈਂਸ ਫਾਰਮੂਲੇ ਦੇ ਵਿੱਚ ਪੁੱਟ ਕਰਦੇ ਜਾਂਦੇ ਹਾਂ, ਜਿਹਦੇ ਕਰਕੇ ਅਨਦਰ ਆਪਣੇ ਕੋਲ ਅਪਰੋਕਸੀਮੇਸ਼ਨ ਸੋਲੂਸ਼ਨ ਮਿਲਦਾ। ਇਹੀ ਸੀਕੁਐਂਸ ਨੂੰ ਆਪਾਂ ਰਿਪੀਟ ਕਰਦੇ ਜਾਂਦੇ ਜਿਹਦੇ ਤੇ ਜਾ ਕੇ ਸਾਡੇ ਕੋਲ ਇੱਕ ਐਗਜ਼ੈਕਟ ਸੋਲੂਸ਼ਨ ਦੇ ਆਸ-ਪਾਸ ਦੇ ਵਿੱਚ ਸੋਲੂਸ਼ਨ ਮਿਲਦਾ ਆ। ਪੂਰਾ ਸੇਮ ਨਹੀਂ ਮਿਲਦਾ, ਬਟ ਬਹੁਤ ਕਲੋਜ਼ ਆਪਾਂ ਐਗਜ਼ੈਕਟ ਸੋਲੂਸ਼ਨ ਦੇ ਕਲੋਜ਼ ਪਹੁੰਚ ਜਾਂਦੇ। ਤੇ ਪੂਰਾ ਮੈਥਡ ਆਪਾਂ ਯੂਜ਼ ਕਰਦੇ ਇਹਨਾਂ ਨੂੰ ਅਪਰੋਕਸੀਮੇਸ਼ਨ ਸੋਲੂਸ਼ਨ ਦੇ ਵਿੱਚ ਆਪਾਂ ਪੁੱਟ ਕਰਦੇ, ਇਸ ਕਰਕੇ ਆਪਾਂ ਜਿਹੜਾ ਇਹਦਾ ਸੋਲੂਸ਼ਨ ਹੁੰਦਾ ਉਹਨੂੰ ਅਪਰੋਕਸੀਮੇਟ ਸੋਲੂਸ਼ਨ ਕਹਿੰਦੇ ਆ। ਫਿਰ ਉਸ ਤੋਂ ਬਾਅਦ ਹੁੰਦਾ ਜਦੋਂ ਆਪਾਂ ਆਈਟਰੇਸ਼ਨ ਮੈਥਡ ਆਪਾਂ ਯੂਜ਼ ਕਰ ਲਈ, ਤੇ ਆਈਟਰੇਸ਼ਨ ਮੈਥਡ ਹੁਣ ਆਪਾਂ ਦੋ ਤਰ੍ਹਾਂ ਦੇ ਯੂਜ਼ ਕੀਤੇ ਨੇ ਆਈਟਰੇਸ਼ਨ ਮੈਥਡ। ਹੁਣ ਇਸ ਚੈਪਟਰ ਦੇ ਵਿੱਚ ਆਪਾਂ ਦੋ ਤਰੀਕੇ ਦੇ ਆਈਟਰੇਸ਼ਨ ਮੈਥਡ ਆਪਾਂ ਪੜ੍ਹਨੇ ਆ। ਇੱਕ ਹੈਗਾ ਜੈਕੋਬੀ ਆਈਟਰੇਟਿਵ ਮੈਥਡ, ਦੂਸਰਾ ਹੈਗਾ ਗੌਸ ਸੀਡਲ ਮੈਥਡ। ਉਹ ਵੀ ਆਪਣੇ ਕੋ ਆਈਟਰੇਟਿਵ ਮੈਥਡ ਨੂੰ ਹੀ ਕਿਹਾ ਜਾਂਦਾ। ਉਹਦੇ ਦੋ ਪਾਰਟ ਨੇ, ਜੈਕੋਬੀ ਆਈਟਰੇਟਿਵ ਮੈਥਡ ਤੇ ਗੌਸ ਸੀਡਲ ਮੈਥਡ। ਹੁਣ ਫਸਟ ਹੈਗਾ ਆਪਣੇ ਕੋਲ ਜੈਕੋਬੀ ਮੈਥਡ ਹੈ, ਤੇ ਆਪਾਂ ਜੈਕੋਬੀ ਮੈਥਡ ਦੇ ਵਿੱਚ ਫਸਟਲੀ ਆਪਣੇ ਕੋਲ ਕਿੰਨੀਆਂ ਸਾਰੀਆਂ ਲੀਨੀਅਰ ਇਕੁਏਸ਼ਨਸ ਨੇ, ਜਿਹਦੇ ਵਿੱਚ n ਅਨਨੋਨਸ ਨੇ, n ਇਕੁਏਸ਼ਨਸ ਨੇ ਤੇ n ਹੀ ਅਨਨੋਨਸ ਨੇ। n ਇਕੁਏਸ਼ਨਸ ਆਪਣੇ ਕੋਲ ਇੱਦਾਂ ਅਨਨੋਨਸ ਆਪਣੇ ਕੋਲ ਕਿੰਨੇ ਵੇਰੀਏਬਲ ਆ 1 ਤੋਂ ਲੈ ਕੇ n ਤੱਕ, ਤੇ n ਅਨਨੋਨਸ ਨੇ ਤੇ ਆਪਣੇ ਕੋਲ n ਇਕੁਏਸ਼ਨਸ ਨੇ ਇਨ ਦਾ ਅਬਵ ਸਿਸਟਮ। ਹੁਣ ਆ ਜਿੰਨੀਆਂ ਵੀ ਇਕੁਏਸ਼ਨਸ ਨੇ, ਇਟ ਇਜ਼ ਅਸਿਊਮ ਦੈਟ ਕਿ ਜਿਹੜਾ ਡਾਇਗਨਲ ਐਲੀਮੈਂਟ ਹੋਏਗਾ ਇਨ ਦਾ ਕੋਫੀਸ਼ੀਐਂਟ ਮੈਟ੍ਰਿਕਸ ਉਹ 0 ਨਹੀਂ ਹੋਣਾ ਚਾਹੀਦਾ। ਮੈਂ ਇਹੀ ਕਿਹਾ ਕਿ ਮੰਨ ਲਓ ਕਿ ਮੈਂ ਮੈਟ੍ਰਿਸਿਸ ਲੈ ਲੈਂਦਾ A11 A1 A22 A33 ਤੋਂ ਐਂਡ ਸੋ ਔਨ ANN। ਹੁਣ ਜਿੰਨੇ ਵੀ ਡਾਇਗਨਲ ਐਲੀਮੈਂਟਸ ਆ ਉਹ 0 ਨਹੀਂ ਹੋਣੇ ਚਾਹੀਦੇ। ਇਹ ਉਹਨਾਂ ਨੇ ਕਿਹਾ ਹੈ ਕਿ ਜਿੰਨੇ ਵੀ ਡਾਇਗਨਲ ਐਲੀਮੈਂਟਸ ਹੈ A11 A12 A13 A33 ਤੋਂ ਲੈ ਕੇ ANN ਤੱਕ, ਇਹ ਸਾਰੇ ਐਲੀਮੈਂਟ ਨੋਟ ਇਕੁਅਲ ਟੂ 0 ਹੋਣੇ ਚਾਹੀਦੇ। ਫਸਟ ਕੰਡੀਸ਼ਨ ਇਹ ਹੈ। ਕਹਿੰਦੇ ਇਨ ਦਾ ਕੇਸ ਅਬਵ, ਹੁਣ ਦੇਖੋ ਅਗਰ ਆਪਣੇ ਕੋਲ ਇਹ ਕੰਡੀਸ਼ਨ ਫੁੱਲਫਿਲ ਹੋ ਜਾਂਦੀ ਹੈ, ਫਿਰ ਆਪਾਂ ਇਹ ਦੇਖਣਾ ਕਿ ਆਪਣੇ ਕੋਲ ਇਨ ਦਿਸ ਕੇਸ ਦਾ ਜਿਹੜੇ ਕੰਡੀਸ਼ਨ ਇਜ਼ ਨੋਟ ਸੈਟੀਸਫਾਈ। ਅਗਰ ਇਹ ਵਾਲੀ ਕੰਡੀਸ਼ਨ ਸੈਟੀਸਫਾਈ ਨਹੀਂ ਹੁੰਦੀ ਹੈ, ਫਿਰ ਆਪਾਂ ਕੀ ਕਰਾਂਗੇ, ਰੀਅਰੇਂਜ ਕਰਾਂਗੇ ਇਕੁਏਸ਼ਨਸ ਨੂੰ। ਇਕੁਏਸ਼ਨ ਨੂੰ ਉੱਪਰ ਨੀਚੇ ਕਰਾਂਗੇ, ਜਿਹਨੂੰ ਆਪਾਂ ਐਕਸਚੇਂਜ ਕਹਿੰਦੇ ਆ, ਇੰਟਰਚੇਂਜ ਵਾਲੀ ਆਪਾਂ ਕਰਾਂਗੇ। ਆਪਾਂ ਫਸਟ ਨੂੰ ਥਰਡ ਦੇ ਨਾਲ ਇੰਟਰਚੇਂਜ ਕਰ ਦਾਂਗੇ, ਸੈਕਿੰਡ ਨੂੰ ਫੋਰਥ ਦੇ ਨਾਲ, ਉਹ ਇੰਟਰਚੇਂਜ ਕਰਨ ਤੋਂ ਬਾਅਦ ਆਪਾਂ ਫਿਰ ਉਸ ਤੋਂ ਬਾਅਦ ਸੋਲੂਸ਼ਨ ਨਿਕਾਲਾਂਗੇ। ਹੁਣ A1 ਹੈ ਤੇ ਬਾਕੀ ਸਾਰੀ ਟਰਮ ਨੂੰ ਆਪਾਂ ਉੱਧਰ ਲੈ ਗਏ, ਇੱਦਾਂ ਹੀ x2 ਹੈ, ਇਹ ਵਾਲੇ ਨੂੰ ਇੱਕ ਪਾਸੇ ਰੱਖਣਾ, ਬਾਕੀ ਸਾਰੀ ਟਰਮ ਉੱਧਰ ਚਲੇਗੀ, ਫਿਰ ਆਹ ਵਾਲੇ ਨੂੰ ਇੱਕ ਪਾਸੇ ਰੱਖਣਾ, ਬਾਕੀ ਸਾਰੀ ਟਰਮ ਉੱਧਰ ਚਲੇਗੀ, ਫਿਰ ਆਹ ਵਾਲੇ ਨੂੰ ਇੱਕ ਪਾਸੇ ਰੱਖਣਾ, ਫਿਰ ਬਾਕੀ ਸਾਰੀ ਟਰਮ ਉੱਧਰ ਚਲੇਗੀ, ਫਿਰ ਆਹ ਵਾਲੀ ਟਰਮ ਨੂੰ ਇਸ ਪਾਸੇ ਰੱਖਣਾ, ਬਾਕੀ ਸਾਰੇ ਉੱਧਰ ਚਲੇਗੀ। ਤੇ ਸੇਮ ਆਪਣੇ ਕੋਲ ਹੁਣ ਦੇਖੋ ਇੱਥੇ A11 ਆਪਣੇ ਕੋਲ ਇਹਦੇ ਨਾਲ ਮਲਟੀਪਲਾਈ ਹੋਣਾ ਸੀਗਾ, ਇੱਥੇ ਆ ਕੇ ਆਪਾਂ ਡਿਵਾਈਡ ਕਰ ਦਿੱਤੀ ਸਾਰੀ ਟਰਮ। ਇੱਥੇ A22 ਮਲਟੀਪਲਾਈ ਆ, ਉੱਧਰ ਜਾ ਕੇ ਡਿਵਾਈਡ ਹੋ ਜਾਣਾ, A33 ਮਲਟੀਪਲਾਈ ਆ, ਉੱਧਰ ਜਾ ਕੇ ਡਿਵਾਈਡ, ANN ਮਲਟੀਪਲਾਈ ਹੈ, ਇੱਧਰ ਜਾ ਕੇ ਡਿਵਾਈਡ। ਤੇ ਆਪਣੇ ਕੋਲ ਹੁਣ ਨਵੀਂ ਇਕੁਏਸ਼ਨਸ ਬਣ ਗਈਆਂ, ਦੈਟ ਇਜ਼ ਆਪਣੇ ਕੋਲ ਇਸ ਤਰ੍ਹਾਂ ਦੀ ਇਕੁਏਸ਼ਨਸ ਬਣ ਗਈਆਂ। ਹੁਣ ਉਸ ਤੋਂ ਬਾਅਦ ਹੈ ਕਿ ਆਪਾਂ ਫਸਟ ਆਪਾਂ ਪਹਿਲੇ ਲੈਣਾ ਕਿ ਇਨੀਸ਼ੀਅਲ ਸੋਲੂਸ਼ਨ ਲੈਣਾ ਨੇ। 0 ਹੈ ਉਹ ਰਿਪਰੈਜ਼ੈਂਟ ਕਰਦਾ ਦੈਟ ਇਜ਼ ਇਨੀਸ਼ੀਅਲ ਸੋਲੂਸ਼ਨ। ਹੁਣ ਇਹ ਇਨੀਸ਼ੀਅਲ ਸੋਲੂਸ਼ਨ ਨੂੰ ਡਿਪੈਂਡ ਕਰ ਰਿਹਾ ਕਿ ਮੰਨ ਲਓ ਕਿ ਆਪਾਂ ਕਿਹਾ ਨਾ ਆਈਟਰੇਟਿਵ ਮੈਥਡ ਦੇ ਵਿੱਚ ਆਪਾਂ ਕੋਈ ਸੋਲੂਸ਼ਨ ਲੈ ਕੇ ਚੱਲਦੇ ਹਾਂ। ਆਪਾਂ ਲੈ ਲਿਆ ਕਿ ਜਿਹੜਾ ਇਨੀਸ਼ੀਅਲ ਸੋਲੂਸ਼ਨ ਹੈ ਗਿਵਨ ਵੀ ਹੋ ਸਕਦਾ ਹੈ, ਅਗਰ ਨਹੀਂ ਗਿਵਨ ਆ ਤਾਂ ਹਮੇਸ਼ਾ ਆਪਾਂ ਇਹਨੂੰ 0 ਦੇ ਬਰਾਬਰ ਲੈ ਕੇ ਚੱਲਣਾ। ਕਹਿੰਦੇ ਕਿ ਅਗਰ ਗਿਵਨ ਹੈ ਤਾਂ ਵੈਰੀ ਗੁੱਡ ਹੈ, ਅਗਰ ਗਿਵਨ ਨਹੀਂ ਹੈ ਕੁਐਸਚਨ ਦੇ ਵਿੱਚ ਤੇ ਆਪਾਂ ਕੀ ਕਰਾਂਗੇ, ਗੈਸ ਕਰਕੇ ਚੱਲਦੇ ਹਾਂ ਕਿ we take initial approximation to each unknowns are 0। ਇਹ ਇੰਪੋਰਟੈਂਟ ਹੈ ਕਿ ਆਪਾਂ ਲੈ ਕੇ ਚੱਲਾਂਗੇ ਕਿ ਜਿੰਨੇ ਵੀ ਆਪਣੇ ਕੋਲ ਇਨੀਸ਼ੀਅਲ ਸਟੇਜਿਸ ਨੇ, ਇਨੀਸ਼ੀਅਲ ਪੁਆਇੰਟਸ ਨੇ, x1 ਦਾ ਇਨੀਸ਼ੀਅਲ, x2 ਦਾ ਇਨੀਸ਼ੀਅਲ, x3 ਦਾ ਇਨੀਸ਼ੀਅਲ, xn ਦਾ ਇਨੀਸ਼ੀਅਲ, ਸਾਰੇ 0 ਦੇ ਬਰਾਬਰ ਨੇ। ਹੁਣ ਜਦੋਂ ਆਪਾਂ ਇਹ ਸਾਰਿਆਂ ਦੀ ਵੈਲਿਊ ਆਪਾਂ ਇੱਥੇ ਪੁੱਟ ਕਰ ਦਾਂਗੇ, ਫਿਰ ਆਪਣੇ ਕੋਲ ਕਿੱਦਾਂ ਦੀ ਇਕੁਏਸ਼ਨਸ ਆਏਗੀ, ਸਬਸਟੀਟਿਊਟ ਥੀਸ ਇਨੀਸ਼ੀਅਲ ਅਪਰੋਕਸੀਮੇਸ਼ਨ ਇਨ ਦਾ ਇਕੁਏਸ਼ਨ ਨੰਬਰ 2 ਦੇ ਵਿੱਚ। ਇਕੁਏਸ਼ਨ ਨੰਬਰ 2 ਦੇ ਵਿੱਚ ਜਦੋਂ ਆਪਾਂ ਇਨੀਸ਼ੀਅਲ ਵੈਲਿਊ ਪੁੱਟ ਕਰ ਦਾਂਗੇ, ਫਿਰ ਸਾਡੇ ਕੋਲ ਕਿੱਦਾਂ ਦੇ ਆਏਗੇ, x1 1 x2 y x2 ਨੋਟ। ਹੁਣ ਦੇਖੋ
x1 ਚੇਂਜ ਹੋ ਗਿਆ, ਇੱਧਰ ਹਮੇਸ਼ਾ ਇਹਦੇ ਵਿੱਚ ਇੱਕ ਇਨੀਸ਼ੀਅਲ ਸਟੇਜ ਤੋਂ ਉੱਪਰ ਆ ਗਿਆ, ਹੁਣ ਬਾਕੀ ਸਾਰੇ ਇਨੀਸ਼ੀਅਲ ਦੇ ਵਿੱਚ ਹੋਊਗੇ। ਇੱਦਾਂ ਹੀ x2 1 ਹੋ ਗਿਆ, ਬਾਕੀ ਸਾਰੇ ਇਨੀਸ਼ੀਅਲ ਦੇ ਵਿੱਚ ਹੋਊਗੇ। x3 1 ਹੋ ਗਿਆ, ਬਾਕੀ ਸਾਰੇ ਇਨੀਸ਼ੀਅਲ ਦੇ ਵਿੱਚ ਹੋਗੇ। xn 1 ਹੋ ਗਿਆ, ਬਾਕੀ ਸਾਰੇ ਇਨੀਸ਼ੀਅਲ ਦੇ ਵਿੱਚ ਹੋਊਗੇ। ਹੁਣ ਉਸ ਤੋਂ ਬਾਅਦ ਸੇਮ ਇਸੇ ਤਰੀਕੇ ਦੇ ਨਾਲ ਆਪਾਂ k-1 ਅਪਰੋਕਸੀਮੇਸ਼ਨ ਲੈਣੀ ਹੈ, ਤੇ ਆਪਣੇ ਕੋਲ xk ਜੇ ਇੱਥੇ ਹੋਊਗਾ ਤੇ ਇੱਥੇ k-1 ਹੋਏਗਾ। ਧਿਆਨ ਨਾਲ ਦੇਖੋ, ਜੇ ਇੱਥੇ 1 ਹੈ ਤੇ ਬਾਕੀ ਸਾਰਿਆਂ ਦੇ ਪਾਵਰ ਨਹੀਂ, ਬਾਕੀ ਸਾਰੇ ਇਨੀਸ਼ੀਅਲ ਸਟੇਜ ਨੇ, ਮਤਲਬ 0 0 0 ਨੇ। ਇੱਥੇ ਵੀ 1 ਹੈ ਤੇ ਇੱਥੇ ਸਾਰੇ 0 0 0 0 0 ਨੇ। ਇੱਥੇ ਵੀ 1 ਹੈ ਤੇ ਇੱਥੇ ਵੀ ਸਾਰੇ 0 0 0 0, ਇੱਥੇ 1 ਹੈ ਫਿਰ ਇੱਥੇ ਵੀ ਸਾਰੇ 0 0 0 ਨੇ। ਹੁਣ ਇੱਥੇ k ਹੈ ਤੇ k ਤੋਂ ਪਿੱਛੇ ਵਾਲੀ ਟਰਮ ਕੀ ਹੁੰਦੀ, k-1, ਇੱਥੇ ਵੀ k-1 k-1, ਇੱਥੇ ਵੀ k ਹੈ ਤੇ ਇੱਥੇ k-1 k-1 k-1। ਇੱਦਾਂ ਆਪਾਂ ਰਿਪੀਟ ਕਰਦੇ ਜਾਵਾਂਗੇ। ਦਿਸ ਇਜ਼ ਅ ਰੈਕਰੈਂਸ ਫਾਰਮੂਲਾ। ਇਹਨੂੰ ਆਪਾਂ ਰਿਪੀਟ ਇਸ ਤਰੀਕੇ ਨਾਲ ਕਰਦੇ ਜਾਵਾਂਗੇ, ਰਿਪੀਟ ਕਰੀ ਜਾਵਾਂਗੇ ਕਿ ਆਪਣੇ ਕੋਈ ਐਗਜ਼ੈਕਟ ਸੋਲੂਸ਼ਨ ਆ ਜਾਵੇ। ਜਦੋਂ ਸਾਡੇ ਕੋਲ ਐਗਜ਼ੈਕਟ ਸੋਲੂਸ਼ਨ ਆ ਗਿਆ, ਇਟ ਮੀਨਸ ਕਿ ਸਾਡਾ ਆਨਸਰ ਆ ਗਿਆ। ਇਨ ਪ੍ਰੈਕਟਿਸ ਦੇ ਵਿੱਚ ਸਾਨੂੰ ਇਹ ਵੀ ਦੇਖਿਆ ਜਾਏਗਾ, ਜਿਹੜਾ ਆਈਟਰੇਟਿਵ ਪ੍ਰੋਸੀਜਰ ਹੁੰਦਾ ਆ, ਐਜ਼ ਸੂਨ ਐਜ਼ ਅ difference between the successive value of each unknown is less than or equal to the prescribed tolerance। ਹੁਣ ਆਪਣੇ ਕੋਲ ਆਈਟਰੇਟਿਵ ਪ੍ਰੋਸੀਜਰ ਦੇ ਵਿੱਚ ਜਿਹੜਾ ਡਿਫਰੈਂਸ ਆਉਂਦਾ ਆ ਸਕਸੈਸਿਵ ਵੈਲਿਊ ਦਾ, ਮਤਲਬ ਸਕਸੈਸਿਵ ਮਤਲਬ ਜਿਹੜਾ ਐਗਜ਼ੈਕਟ ਸੋਲੂਸ਼ਨ ਹੈ ਉਹਦੇ ਵਿੱਚ ਥੋੜਾ ਜਿਹਾ ਡਿਫਰੈਂਸ ਆਉਂਦਾ, ਜਾਂ ਉਹ ਤੋਂ ਘੱਟ ਹੋ ਸਕਦਾ ਆ ਐਗਜ਼ੈਕਟ ਸੋਲੂਸ਼ਨ 'ਚੋਂ, ਜਿਹੜਾ ਸਾਡੇ ਕੋਲ ਮੈਥਡ ਆਈਟਰੇਟਿਵ ਮੈਥਡ ਲਗਾਉਣ ਨਾਲ ਜਿਹੜਾ ਐਗਜ਼ੈਕਟ ਸੋਲੂਸ਼ਨ ਹੈ। ਮੰਨ ਲਓ ਕਿ ਸਾਡੇ ਕੋਲ ਐਗਜ਼ੈਕਟ ਸੋਲੂਸ਼ਨ 2 ਹੈ, ਇਹ 2.00 ਹੈ ਐਗਜ਼ੈਕਟ ਸੋਲੂਸ਼ਨ। ਸਾਡੇ ਕੋਲ ਅਪਰੋਕਸੀਮੇਸ਼ਨ ਮੈਥਡ ਦੇ ਨਾਲ ਆਇਆ 1.99 ਜਾਂ 2.10, ਤਾਂ ਵੀ ਆਪਣੇ ਕੋਲ ਐਗਜ਼ੈਕਟ ਸੋਲੂਸ਼ਨ ਦੇ ਨੀਅਰ ਅਬਾਊਟ ਅਪਰੋਕਸੀਮੇਟ ਆਇਆ। ਇਟ ਮੀਨਸ ਕਿ ਦੇ ਆਰ ਦਾ ਆਪਣੇ ਕੋਲ, ਇਹਨੂੰ ਇਹ ਵੀ ਮੈਥਡ ਕਹਿੰਦੇ ਜੈਕੋਬੀ ਮੈਥਡ ਨੂੰ, ਮੈਥਡ ਆਫ ਸਾਈਮਲਟੇਨੀਅਸਲੀ ਡਿਸਪਲੇਸਮੈਂਟ, ਇਸ ਨੂੰ ਇਸ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਠੀਕ ਹੈ, ਤੇ successive approximation to the unknowns become close enough or approximately same। ਹੁਣ ਦੇਖੋ 2 ਤੋਂ ਬਹੁਤ ਕਲੋਜ਼ ਹੈ, ਇਟ ਕਰਕੇ ਆਪਾਂ ਨੂੰ ਅਪਰੋਕਸੀਮੇਟਲੀ ਸੇਮ ਵੀ ਕਹਿ ਦਿੰਦੇ ਆ। ਇਹ ਜ਼ਰੂਰ ਯਾਦ ਰੱਖਣਾ ਕਿ 1.99 2.00 ਦੇ ਬਹੁਤ ਕਲੋਜ਼ ਹੈ ਤੇ ਇਹਨੂੰ ਅਪਰੋਕਸੀਮੇਟ ਸੇਮ ਵੀ ਕਹਿ ਸਕਦੇ ਆ ਆਪਾਂ। ਹੁਣ ਆਪਾਂ ਜੈਕੋਬੀ ਮੈਥਡ ਕਰ ਲਿਆ, ਤੇ ਜੈਕੋਬੀ ਮੈਥਡ ਦੇ ਹੁਣ ਆਪਾਂ ਐਪਲੀਕੇਸ਼ਨ ਵੀ ਕਰਾਂਗੇ। ਤੇ ਜੈਕੋਬੀ ਮੈਥਡ ਦੀ ਐਪਲੀਕੇਸ਼ਨ ਹੈ, ਐਗਜ਼ਾਮਪਲ ਨੰਬਰ ਫਸਟ ਦੇਖ ਲਓ, that is the approximation, that is the use of the Jacobi method application ਹੈ। ਕਹਿੰਦੇ ਕਿ ਸਾਡੇ ਕੋਲ ਲੀਨੀਅਰ ਇਕੁਏਸ਼ਨਸ ਨੇ, that is the 3 ਲੀਨੀਅਰ ਇਕੁਏਸ਼ਨਸ ਨੇ, 5x + 2y + z = 12, x + 4y + 2z = 15 ਔਰ x + 2y + 5z = 20। ਉਹ ਕਹਿ ਰਿਹਾ ਕਿ find out the solution of the equation by the Jacobi method। ਹੁਣ ਜੈਕੋਬੀ ਮੈਥਡ ਦੇ ਵਿੱਚ ਹੈ, ਹੁਣ ਆਪਾਂ ਪਹਿਲੇ ਚੈੱਕ ਕਰਨਾ ਕਿ ਆਪਣੇ ਕੋਲ ਫਸਟਲੀ ਚੈੱਕ ਕੀ ਕਰਨਾ ਸੀ, ਇਹਦੇ ਵਿੱਚ ਕੋਈ ਵੀ ਡਾਇਗਨਲ ਐਲੀਮੈਂਟ 0 ਨਹੀਂ ਹੋਣਾ ਚਾਹੀਦਾ। ਹੁਣ ਦੇਖੋ a ਦਾ ਕੋਫੀਸ਼ੀਐਂਟ, y ਦਾ ਕੋਫੀਸ਼ੀਐਂਟ ਤੇ z ਦਾ ਕੋਫੀਸ਼ੀਐਂਟ ਕੋਈ ਵੀ 0 ਦੇ ਬਰਾਬਰ ਤਾਂ ਨਹੀਂ ਹੈ ਜੀ। ਇਟ ਮੀਨਸ ਕਿ ਆਪਾਂ ਜੈਕੋਬੀ ਮੈਥਡ ਲਗਾ ਸਕਦੇ ਹਾਂ। The given system is a diagonal equation is a diagonal system, so the convergence of Jacobi method is assured। ਆਪਾਂ ਲਗਾ ਸਕਦੇ ਹਾਂ। ਹੁਣ ਆਪਾਂ ਕੀ ਕੀਤਾ, ਫਸਟ ਇਕੁਏਸ਼ਨ ਦੇ ਵਿੱਚੋਂ x ਕੱਢ ਲਿਆ, ਸੈਕਿੰਡ ਇਕੁਏਸ਼ਨ ਚੋਂ y ਕੱਢ ਲਿਆ, ਥਰਡ ਇਕੁਏਸ਼ਨ ਚੋਂ z ਕੱਢ ਲਿਆ। ਹੁਣ x y z ਦੀ ਇਕੁਏਸ਼ਨ ਆ ਗਈ, ਠੀਕ ਹੈ। ਫਿਰ ਆਪਾਂ ਇਨੀਸ਼ੀਅਲ ਵੈਲਿਊਜ਼ ਲੈ ਲਈਆਂ। ਮੈਂ ਕਿਹਾ ਸੀ ਅਗਰ ਕੋਈ ਇਨੀਸ਼ੀਅਲ ਵੈਲਿਊਜ਼ ਨਹੀਂ ਦਿੱਤੀਆਂ ਤਾਂ ਆਪਾਂ ਇਨੀਸ਼ੀਅਲਸ ਵੈਲਿਊ ਨੂੰ 0 ਦੇ ਇਕੁਅਲ ਕਰ ਲੈਣਾ। ਮਤਲਬ x ਦੀ ਇਨੀਸ਼ੀਅਲ ਵੈਲਿਊ 0 ਦੇ ਬਰਾਬਰ ਹੈ, y ਦੀ ਇਨੀਸ਼ੀਅਲ 0 ਦੇ ਬਰਾਬਰ, z ਦੀ ਇਨੀਸ਼ੀਅਲ 0 ਦੇ ਬਰਾਬਰ ਹੈ। ਹੁਣ x ਦੀ ਪਾਵਰ 1 ਕਰ ਦਿੱਤਾ, ਜਦੋਂ x ਦੀ ਪਾਵਰ 1 ਕਰ ਦਿੱਤਾ ਇੱਥੇ y ਦੀ ਪਾਵਰ 0, y 0 ਆ ਜਾਏਗਾ, z 0 ਆ ਜਾਏਗਾ, ਤੇ y 0 ਦੀ ਵੈਲਿਊ ਵੀ 0 ਹੈ, z 0 ਦੀ ਵੈਲਿਊ ਵੀ 0 ਹੈ। ਆਪਾਂ ਇੱਥੇ ਪੁੱਟ ਕਰ ਦੇਣੀ ਤੇ ਸੋਲਵ ਕਰ ਦੇਣੀ, ਆਪਣੇ ਕੋਲ x1 ਦੀ ਵੈਲਿਊ ਆ ਜਾਏਗੀ। ਇੱਦਾਂ ਹੀ y1 ਦੀ ਵੈਲਿਊ ਕੱਢਾਂਗੇ ਤਾਂ ਇੱਥੇ x0 ਤੇ z0 ਆ ਜਾਏਗਾ, ਤੇ ਇੱਦਾਂ ਹੀ z1 ਦੀ ਕੱਢਾਂਗੇ x0 ਤੇ y0 ਆ ਜਾਏਗਾ। ਪੁੱਟ ਕਰ ਦਾਂਗੇ ਤਾਂ ਸਾਡੇ ਕੋਲ x1 y1 ਤੇ z1 ਦੀ ਵੈਲਿਊ ਆ ਜਾਏਗੀ। ਇਹਨੂੰ ਕਹਿੰਦੇ ਫਸਟ ਆਈਟਰੇਸ਼ਨ, ਜਿਹਦੇ ਵਿੱਚ ਆਪਾਂ ਥੋੜਾ ਜਿਹਾ ਇੱਕ ਸਟੈਪ ਕਲੋਜ਼ ਚਲੇ ਗਏ ਆਪਣੇ ਐਗਜ਼ੈਕਟ ਸੋਲੂਸ਼ਨ ਦੇ। ਫਿਰ ਨੈਕਸਟ ਸਟੈਪ ਦੇ ਵਿੱਚ ਕੀ ਕਰਾਂਗੇ ਆਪਾਂ, ਹੁਣ ਇੱਥੇ 2 2 2 ਕਰ ਦਾਂਗੇ, ਇੱਥੇ 1 1, ਇੱਥੇ 1 1, ਇੱਥੇ 1 1 ਕਰ ਦਾਂਗੇ। ਜਿੱਥੇ ਆਪਾਂ x11 ਲਿਆ 0 0 ਲਿਆ ਸੀ, ਹੁਣ ਉੱਥੇ 1 1 ਕਰ ਦਾਂਗੇ। ਸੈਕਿੰਡ ਸਟੈਪ ਦੇ ਵਿੱਚ x ਦੀ ਪਾਵਰ 2 ਹੈ ਕਿਉਂਕਿ ਸੈਕਿੰਡ ਆਈਟਰੇਸ਼ਨ ਹੈ, ਨਾਲ ਇੱਥੇ y ਦੀ ਪਾਵਰ 1, z ਦੀ ਪਾਵਰ 1। ਹੁਣ x2 ਹੋਏਗਾ ਤੇ y1 ਹੋਏਗਾ, z1 ਹੋਏਗਾ, y2 ਹੋਏਗਾ, x1 ਹੋਏਗਾ, z1 ਹੋਏਗਾ, z2 ਹੋਏਗਾ, x1 ਹੋਏਗਾ ਤੇ y1 ਹੋਏਗਾ।
ਹੁਣ ਇਹਨਾਂ ਸਾਰਿਆਂ ਦੀ ਵੈਲਿਊ ਆਪਾਂ ਪਿਛਲੇ ਸਟੈਪ ਦੇ ਵਿੱਚ ਕੱਢ ਚੁੱਕੇ ਹਾਂ, x1 ਦੀ, y1 ਦੀ, z1 ਦੀ ਪੁੱਟ ਕਰ ਦਾਂਗੇ ਤੇ ਆਪਣੇ ਕੋਲ ਸੋਲੂਸ਼ਨ ਆ ਜਾਏਗਾ ਜਿਹੜਾ ਹੈਗਾ x2 y2 ਤੇ z2। ਹੁਣ ਉਸ ਤੋਂ ਬਾਅਦ ਥਰਡ ਆਈਟਰੇਸ਼ਨ ਦੇ ਵਿੱਚ ਆਪਾਂ ਕੀ ਕਰਨਾ, ਜਾਂ ਆਪਾਂ ਇਦਾਂ ਵੀ ਕਹਿ ਸਕਦੇ ਹਾਂ x ਦੀ ਪਾਵਰ n ਇਜ਼ ਇਕੁਅਲ ਟੂ, ਜਦੋਂ x ਦੀ ਪਾਵਰ n ਲੈਣੀ ਹੈ ਤੇ y ਆਪਣੇ ਕੋਲ n-1 ਲੈਣਾ ਤੇ z ਆਪਣੇ ਕੋਲ n-1 ਲੈਣਾ। ਇਹ ਦੇਖ ਲਿਓ, ਅਗਰ n ਦੀ ਵੈਲਿਊ ਮੈਂ 1 ਲੈ ਲੈਂਦਾ ਤੇ x ਦੀ ਪਾਵਰ 1 ਜਦੋਂ ਸੋਲਵ ਕਰੂੰਗਾ ਤਾਂ y 0 ਹੋਏਗਾ, z 0 ਹੋਏਗਾ, ਕਿਉਂਕਿ 1 - 1 0, z - 1 - 1 0, ਤੇ x ਵੀ 0 y ਵੀ 0। ਇੱਦਾਂ ਹੀ ਅਗਰ ਮੈਂ x n3 ਲੈ ਲੂੰਗਾ ਤੇ y ਆਪਣੇ ਕੋਲ 2 ਲਊਂਗਾ, z ਵੀ 2 ਲਊਂਗਾ, n3 ਲੈ ਲੂੰਗਾ, y ਵੀ 2 ਲਿਆ, z ਵੀ 2 ਲਿਆ। ਇੱਦਾਂ ਹੀ n3 ਇਹਦੇ 'ਚ ਵੀ x2 ਤੇ z2, z ਕੱਟ ਲਿਆ ਤੇ x2 ਤੇ y2। ਇੱਦਾਂ ਆਪਾਂ ਪੁੱਟ ਕਰਕੇ ਆਈਟਰੇਸ਼ਨ ਲਗਾਈ ਜਾਣੀ ਹੈ। x ਸੇਮ ਆਪਣੇ ਕੋਲ ਆਈਟਰੇਸ਼ਨ 4 ਲਗਾਵਾਂਗੇ। ਹੁਣ ਇਹਦੇ 'ਚ ਧਿਆਨ ਨਾਲ ਦੇਖੋ, ਜਿਹੜੇ ਸਾਡੇ ਕੋਲ ਸੋਲੂਸ਼ਨ ਆ ਰਹੇ ਨੇ, ਪਹਿਲੀ ਆਈਟਰੇਸ਼ਨ ਦੇ ਵਿੱਚ ਸੋਲੂਸ਼ਨ ਆਇਆ 2.4 3.754, ਦੂਸਰੀ ਆਈਟਰੇਸ਼ਨ ਦੇ ਵਿੱਚ ਸੋਲੂਸ਼ਨ ਆਇਆ 0.1 1.15 2.02, ਥਰਡ ਤੇ ਆਇਆ 1.36 2.715 3.52। ਹੁਣ ਫੋਰਥ ਆਈਟਰੇਸ਼ਨ ਦੇ ਵਿੱਚ ਆਇਆ 0.61 1.606 2.607, ਫਿਫਥ ਆਈਟਰੇਸ਼ਨ ਦੇ ਵਿੱਚ ਆਇਆ 1.236 2.294 3.236। ਸਿਕਸਥ ਆਈਟਰੇਸ਼ਨ ਦੇਖੋ ਸੋਲੂਸ਼ਨ ਆਈ ਗਿਆ, ਫੋਰਥ 7th ਦੇ ਵਿੱਚ ਵੀ ਆ ਗਿਆ। ਇਹਦੇ ਆਪਣੇ ਕੋ 8th 9th 10th 11th 12th 13th। ਹੁਣ ਦੇਖੋ ਜੀ 13th ਸੋਲੂਸ਼ਨ ਦੇ ਵਿੱਚ ਦੇਖੋ ਕਿ ਆਪਣੇ ਕੋ ਸੋਲੂਸ਼ਨ ਕੀ ਆਇਆ, x13 1.009, y39 2.010, z39 3.009 3.009 ਆਪਣੇ ਕੋ x ਆਈਟਰੇਸ਼ਨ 13 ਦੇ ਸੋਲੂਸ਼ਨਸ ਨੇ। ਹੁਣ ਜਦੋਂ ਆਪਾਂ ਆਈਟਰੇਸ਼ਨ 14 ਕਰਾਂਗੇ ਤੇ ਇਹਦਾ ਸੋਲੂਸ਼ਨ ਆਇਆ, ਹੁਣ ਦੇਖੋ ਕਿ ਆਪਣੇ ਕੋ ਆਈਟਰੇਸ਼ਨ 14 ਦਾ ਸੋਲੂਸ਼ਨ ਤੇ ਆਈਟਰੇਸ਼ਨ 13 ਦਾ ਸੋਲੂਸ਼ਨ, x ਦੀ ਵੈਲਿਊ ਆਪਣੇ ਕੋ 13 ਸੋਲੂਸ਼ਨ ਦੇ ਵਿੱਚ ਸੀਗੀ, ਦੈਟ ਇਜ਼ 1.009। ਹੁਣ 14 ਆਈਟਰੇਸ਼ਨ ਦੇ ਵਿੱਚ ਦੇਖੋ 0.9 and 4, ਦੇ ਆਰ ਦਾ ਵੈਰੀ ਕਲੋਜ਼। ਅਗਲੀ ਆਪਣੇ ਕੋ ਹੈ 13 ਦੇ ਵਿੱਚ ਸੀਗੀ 2.010, ਹੁਣ ਆਪਣੇ ਕੋ ਆ ਰਹੀ 1.990, ਦੈਟ ਇਜ਼ ਵੈਰੀ ਕਲੋਜ਼ ਟੂ ਦਾ ਸੋਲੂਸ਼ਨ। 2.9 and 4, ਉਹ ਅਗਲੀ ਸੀਗੀ 3.009, ਦੈਟ ਇਜ਼ ਵੈਰੀ ਕਲੋਜ਼। ਇਟ ਮੀਨਸ ਕਿ ਜਿਹੜੀ ਆਈਟਰੇਸ਼ਨ 14 ਦਾ ਸੋਲੂਸ਼ਨ ਆ ਰਿਹਾ, ਦੈਟ ਇਜ਼ ਵੈਰੀ ਕਲੋਜ਼ ਟੂ ਦਾ ਆਪਣੇ ਕੋਲ ਐਗਜ਼ੈਕਟ ਸੋਲੂਸ਼ਨ। ਇਟ ਮੀਨਸ ਕਿ ਜਿਹੜੀ ਹੈ ਇਸ ਇਕੁਏਸ਼ਨ, ਜਿਹੜੀ ਲੀਨੀਅਰ ਇਕੁਏਸ਼ਨ ਹੈ, ਉਹਦਾ ਸੋਲੂਸ਼ਨ ਹੋਏਗਾ 0.9 and 4 1.9 and 3, z is equal to 2.9 and 4. This is a approximate solution, is not a exact solution। ਇਸ ਕਰਕੇ ਆਪਾਂ ਆਈਟਰੇਟਿਵ ਮੈਥਡ ਦੇ ਜਿੰਨੇ ਵੀ ਸੋਲੂਸ਼ਨਸ ਨੇ ਸਾਰੇ ਅਪਰੋਕਸੀਮੇਸ਼ਨ ਨੇ। ਹੁਣ ਇਸ ਮੈਥਡ ਇਸ ਕੁਐਸਚਨ ਦੇ ਵਿੱਚ ਆਪਾਂ 14 ਆਈਟਰੇਸ਼ਨ ਕੀਤੀਆਂ ਨੇ, ਕੀ ਪਤਾ ਕਿ ਨੈਕਸਟ ਕੁਐਸਚਨ ਦੇ ਵਿੱਚ ਆਪਣੇ ਕੋਲ 10 ਆਈਟਰੇਸ਼ਨ ਤੇ ਵੀ ਸੋਲੂਸ਼ਨ ਆ ਜਾਏ, 5 ਤੇ ਵੀ ਆ ਸਕਦਾ ਹੈ, 3 ਤੇ ਵੀ ਆ ਸਕਦਾ ਹੈ। ਇਸ ਕਰਕੇ ਸਾਨੂੰ ਸਾਰੀ ਆਈਟਰੇਸ਼ਨ ਕਰਨੀ ਜਾਣੀ ਤੇ ਆਪਾਂ ਸੋਲੂਸ਼ਨ ਦੇਖੀ ਜਾਣਾ ਕਿ ਵੈਰੀ ਕਲੋਜ਼ ਹੈ ਕਿ ਨਹੀਂ ਹੈ। ਇੱਕ ਹੋਰ ਸਟੈਪ ਕਿ ਆਪਣੇ ਕੋ ਅਗਰ ਤੁਸੀਂ ਬਾਕੀ ਦੇਖਣਾ ਚਾਹੁੰਦੇ ਹੋ ਤਾਂ ਕੰਪੇਅਰ ਕਰ ਸਕਦੇ ਹੋ। ਜਿਵੇਂ 1.009 ਹੈ ਤੇ ਇਹਦੇ ਪਿਛਲੇ ਵਾਲੇ ਸੋਲੂਸ਼ਨ 'ਚ 0.987 ਹੈ ਤੇ 2.010 ਹੈ, ਦੈਟ ਇਜ਼ 1.985 ਹੈ। ਹੁਣ ਇਹਦੇ ਵਿੱਚ ਜਦੋਂ ਇਹਨਾਂ ਦੋਨਾਂ ਦਾ ਡਿਫਰੈਂਸ ਦੇਖਾਂਗੇ, ਦੈਟ ਇਜ਼ ਆਪਣੇ ਕੋ ਆਏਗਾ 0.12 ਸਮਥਿੰਗ ਆਏਗਾ, ਤੇ ਦੇ ਆਰ ਵੈਰੀ ਕਲੋਜ਼ ਸੋਲੂਸ਼ਨ। ਜਿੱਦਾਂ ਆਪਾਂ ਨੈਕਸਟ ਹੁਣ ਆਈਟਰੇਸ਼ਨ ਕਰਨ ਦਾ ਬੈਨੀਫਿਟ ਕੀ ਹੈ ਕਿ ਜਿੰਨੀ ਜ਼ਿਆਦਾ ਆਪਾਂ ਆਈਟਰੇਸ਼ਨ ਕਰਾਂਗੇ ਆਪਣੇ ਕੋ ਉਨਾ ਹੀ ਕਲੋਜ਼ ਆਏਗਾ ਸੋਲੂਸ਼ਨ ਐਗਜ਼ੈਕਟ ਸੋਲੂਸ਼ਨ ਦੇ। ਠੀਕ ਹੈ ਜੀ।